ਹਾਲੇਲੂਇਆ ਸਾਰਿਆਂ ਨੂੰ ਜੈ ਮਸੀਹ ਕੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਅੱਜ ਦੇ ਸੁੰਦਰ ਦਿਨ ਦੇ ਲਈ, ਸੁੰਦਰ ਸ਼ਾਮ ਦੇ ਲਈ ਜੋ ਉਸਨੇ ਸਾਡੀ ਜ਼ਿੰਦਗੀ ਵਿੱਚ ਦਿੱਤੀ ਹੈ। ਸੱਚਮੁੱਚ ਉਹ ਮਹਾਨ ਸਰਵਸ਼ਕਤੀਮਾਨ ਜ਼ਿੰਦਾ ਪਰਮੇਸ਼ਵਰ ਹੈ, ਦਇਆ ਦਾ ਸਾਗਰ ਹੈ, ਕਰੁਣਾ ਨਿਧੀ ਹੈ ਔਰ ਸਾਡੇ ਤੇ ਦਇਆ ਕਰਦਾ ਹੈ। ਆਈ ਅਸੀਂ ਪ੍ਰਾਰਥਨਾ ਕਰਾਂਗੇ। ਮਹਾਨ ਸਰਵਸ਼ਕਤੀਮਾਨ ਪ੍ਰਭੂ, ਤੇਰਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਜੋ ਤੁਸੀਂ ਸਾਡੀ ਜ਼ਿੰਦਗੀ 'ਚ ਦਿੱਤਾ। ਪ੍ਰਭੂ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਵਰ ਸਭ ਲੋਕਾਂ ਦੇ ਲਈ ਜੋ ਇਸ ਵੀਡੀਓ ਨੂੰ ਦੇਖਣ ਔਰ ਸੁਣਨ, ਪਿਤਾ ਆਸ਼ੀਸ਼ਿਤ ਹੋਣ ਔਰ ਇਹ ਵਚਨ ਉਹਨਾਂ ਦੀ ਜ਼ਿੰਦਗੀਆਂ 'ਚ ਕਾਰਜ ਕਰੇ। ਇਹ ਪ੍ਰਾਰਥਨਾ ਜੋ ਸੁਣਨ ਉਹਨਾਂ ਦੇ ਹਿਰਦਿਆਂ 'ਚ ਸ਼ਾਂਤੀ ਨੂੰ ਲੈ ਕੇ ਆਵੇ, ਉਹਨਾਂ ਦੇ ਮਨਾਂ ਨੂੰ ਪੀਸ ਨਾਲ ਭਰ ਦੇ ਪਿਤਾ ਜੀ। ਉਹਨਾਂ ਦੇ ਮਨਾਂ ਨੂੰ ਖੋਲ ਤਾਂ ਕਿ ਉਹ ਤੇਰੇ ਵਚਨ ਨੂੰ ਤੈਨੂੰ ਸਵੀਕਾਰ ਕਰ ਸਕਣ ਪਿਤਾ, ਔਰ ਤੇਰੇ ਕੋਲੋਂ ਆਸ਼ੀਸ਼ਾਂ ਬਰਕਤਾਂ ਲੈ ਸਕਣ। ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਤੇਰੀ ਮਹਿਮਾ ਤੇਰੀ ਜੈ ਜੈਕਾਰ ਕਰਦੇ ਹਾਂ। ਬਾਕੀ ਦਾ ਸਮਾਂ ਤੇਰੇ ਹੱਥਾਂ ਵਿੱਚ ਸੌਂਪਦੇ ਹਾਂ, ਯੀਸ਼ੂ ਨਾਮ 'ਚ ਮੰਗਦੇ ਆਮੀਨ। ਹਾਲੇਲੂਇਆ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਫਾਸਟਿੰਗ ਡੇ ਸਟਾਰਟ ਹੋ ਚੁੱਕੇ ਹੈ ਔਰ ਅੱਜ ਪਹਿਲਾ ਫਾਸਟ ਹੈ ਔਰ ਅਸੀਂ ਪਰਮੇਸ਼ਵਰ ਤੋਂ ਅਨੁਗ੍ਰਹਿ ਨੂੰ ਮੰਗਾਂਗੇ ਕਿ ਜੋ ਲੋਕ ਪਰਮੇਸ਼ਵਰ ਦੇ ਦਾਸ, ਜੋ ਪਰਮੇਸ਼ਵਰ ਦੇ ਲੋਕ ਸ਼ਰਧਾ ਦੇ ਨਾਲ ਬਹੁਤ ਆਪਣੇ ਦਿਲੋਂ ਇਸ ਫਾਸਟ ਨੂੰ ਰੱਖ ਰਹੇ ਨੇ, ਇਹਨਾਂ ਦਿਨਾਂ ਦੇ ਵਿੱਚ ਪਰਮੇਸ਼ਵਰ ਉਹਨਾਂ ਨੂੰ ਆਪਣੀ ਆਤਮਾ ਦੇ ਵਿੱਚ ਹੋਰ ਵਧਾਵੇ, ਬਲ ਦੇਵੇ, ਹਿੰਮਤ ਦੇਵੇ, ਤਾਕਤ ਦੇਵੇ, ਸਵਰਗੀ ਮੰਨਾ ਦੇ ਨਾਲ ਉਹਨਾਂ ਨੂੰ ਭਰੇ ਔਰ ਉਹਨਾਂ ਦੀ ਜ਼ਿੰਦਗੀ 'ਚ ਅਦਭੁਤ ਕੰਮ ਹੋਣ। ਕਿਉਂਕਿ ਪਰਮੇਸ਼ਵਰ ਦੀ ਬਾਣੀ 'ਚ ਲਿਖਿਆ ਹੈ ਕਿ ਮਸੀਹ ਵਿੱਚ ਕੀਤੀ ਮਿਹਨਤ ਕਦੀ ਵਿਅਰਥ ਨਹੀਂ ਜਾਂਦੀ। ਹੋਰ ਕੋਈ ਮਿਹਨਤ ਵਿਅਰਥ ਤੁਹਾਡੀ ਕਰ ਦੇਗਾ, ਕੋਈ ਤੁਹਾਡੀ ਸੈਲਰੀ ਮਾਰ ਲੇਗਾ, ਕੋਈ ਦਿਹਾੜੀ ਮਾਰ ਲੇਗਾ, ਲੇਕਿਨ ਜਦੋਂ ਅਸੀਂ ਪਰਮੇਸ਼ਵਰ 'ਚ ਪ੍ਰਾਰਥਨਾ ਕਰਦੇ ਹਾਂ, ਬੀਜ ਨੂੰ ਬੋਨੇ ਹਾਂ ਔਰ ਵਚਨ ਨੂੰ ਪੜ੍ਹਦੇ ਹਾਂ, ਸੰਗਤੀ ਕਰਦੇ ਹਾਂ, ਅਟੈਂਡ, ਸਭ ਕੁਝ ਜੋ ਅਸੀਂ ਪਰਮੇਸ਼ਵਰ ਦੇ ਵਿੱਚ ਕਰਦੇ ਹਾਂ, ਚਾਹੇ ਉਹਦਾ ਸੁਸਮਾਚਾਰ ਸੁਣਾਉਂਦੇ, ਚਾਹੇ ਵਰਸ਼ਿਪ ਕਰਦੇ, ਕੋਈ ਵੀ ਸੇਵਾ ਕਿਉਂ ਨਹੀਂ ਅਸੀਂ ਕਰਦੇ, ਉਹ ਸਾਡੇ ਲਈ ਫਾਇਦੇਮੰਦ ਹੈ ਔਰ ਸਾਨੂੰ ਕੀ ਕਰਦੀ ਹੈ, ਬਰਕਤ ਦਿੰਦੀ ਹੈ ਔਰ ਉਹਦੀ ਮਿਹਨਤ ਵਿਅਰਥ ਨਹੀਂ ਜਾਂਦੀ। ਉਹ ਕਹਿੰਦਾ ਪਰਮੇਸ਼ਵਰ ਦੇ ਵਿੱਚ ਲਿਖਿਆ, ਅਗਰ ਮੇਰੇ ਦਾਸ ਨੂੰ ਕੋਈ ਇੱਕ ਗਲਾਸ ਪਾਣੀ ਵੀ ਪਿਲਾਉਂਦਾ ਹੈ, ਮੈਂ ਉਹਦਾ ਵੀ ਅਜ਼ਰ ਨਹੀਂ ਰੱਖਾਂਗਾ, ਉਹਦਾ ਵੀ ਫਲ ਉਹਨਾਂ ਨੂੰ ਦਊਂਗਾ ਜੋ ਮੇਰੇ ਦਾਸਾਂ ਨੂੰ ਪਾਣੀ ਪਿਲਾਉਂਦਾ। ਤਾਂ ਸੋਚੋ ਕਿ ਪਰਮੇਸ਼ਵਰ ਕਿਸ ਤਰ੍ਹਾਂ ਸਾਡੀ ਮਿਹਨਤਾਂ ਦਾ ਫਲ ਸਾਨੂੰ ਦੇਗਾ। ਹਾਲੇਲੂਇਆ। ਆਓ ਅੱਜ ਅਸੀਂ ਵਚਨ ਚੋਂ ਪੜ੍ਹਦੇ ਹਾਂ ਭਜਨ ਸੰਹਿਤਾ ਉਸਦਾ 28 ਜ਼ਬੂਰ ਅਸੀਂ ਪੜ੍ਹਦੇ ਹਾਂ, ਜਿੱਥੇ ਦਾਊਦ ਸਹਾਇਤਾ ਦੇ ਲਈ ਪ੍ਰਾਰਥਨਾ ਕਰਦਾ ਪਰਮੇਸ਼ਵਰ ਦੇ ਅੱਗੇ ਔਰ ਪਰਮੇਸ਼ਵਰ ਕੋਲੋਂ ਸਹਾਇਤਾ ਮੰਗਦਾ। ਕਹਿੰਦਾ, ਹੇ ਯਹੋਵਾ मैं तुझी को पुकारूंगा, हे मेरी चट्टान, मेरी सुनी अनसुनी ना कर। ऐसा ना हो कि तेरे चुप रहने से मैं कब्र में पड़े हुओं के समान हो जाऊं जो मृतक लोग में चले जाते हैं। जब मैं तेरी दुहाई दूं और तेरे पवित्र स्थान की भीतरी कोठरी की ओर अपने हाथ उठाऊं, तब मेरी गिड़गिड़ाहट की बात सुन ले। उन दुष्टों और अनर्थकारियों के संग मुझे ना घसीट जो अपने पड़ोसियों से बातें तो मेल की बोलते हैं परंतु ਹਿਰਦੇ में बुराई रखते हैं। ਬਹੁਤ ਪਰਮੇਸ਼ਰ ਦੇ ਵਚਨ ਗਹਿਰੇ ਹੈ, ਡੀਪ ਆ, ਇਹਨਾਂ ਨੂੰ ਸਮਝਣ ਦੀ ਲੋੜ ਆ। ਪਰਮੇਸ਼ਰ ਤੋਂ ਆਤਮਾ ਨੂੰ ਮੰਗੀਏ ਕਿ ਪ੍ਰਭੂ ਸਾਨੂੰ ਐਸਾ ਆਤਮਾ ਦੇ, ਪਵਿੱਤਰ ਆਤਮਾ ਦੇ ਜੋ ਤੇਰਾ ਵਚਨ ਨੂੰ ਸਿਖਾਵੇ, ਕਿਉਂਕਿ ਵਿਦਆਊਟ ਹੋਲੀ ਸਪਿਰਿਟ ਸਾਨੂੰ ਹੋਰ ਕੋਈ ਸਿਖਾ ਨਹੀਂ ਸਕਦਾ। ਅਗਰ ਸਾਡੇ ਅੰਦਰ ਪਵਿੱਤਰ ਆਤਮਾ ਤਾਂ ਸਾਨੂੰ ਪਰਮੇਸ਼ਰ ਦੇ ਵਚਨਾਂ ਦਾ ਗਿਆਨ ਹੋਏਗਾ, ਕਿਉਂਕਿ ਉਹ ਸਾਨੂੰ ਸਿਖਾਏਗਾ, ਉਹ ਸਾਡਾ ग्रेट टीचर है। आगे लिखा है, उनके कामों के और उनकी करनी की बुराई के अनुसार उनसे बर्ताव कर। दाऊद कहता, प्रभु मैं तेनू ही पुकारांगा, चाहे मेरे हालात किदां दे भी क्यों ना होण, चंगे होण माड़े होण, मैं दुखी होवां सुखी होवां, मैं सिर्फ तेनू ही पुकारांगा। मैं अपने हत्थां नू तेरे वल ही चकांगा, तू ही मैनू छुड़ाएगा, क्योंकि तू ही मेरा उद्धार करता परमेश्वर है। तू मेरा बल, तू मेरा चट्टान, तू मेरा उच्चा गढ़ है। कहता, मेरी गिड़गिड़ाहट की बात सुन ले जब मैं भीतरी कोठरी की ओर अपने हाथ उठाऊं। ਕਹਿੰਦਾ ਜਦੋਂ ਮੈਂ ਅੰਦਰ ਕੋਠੜੀ 'ਚ ਜਾ ਕੇ ਆਪਣੇ ਹੱਥਾਂ ਨੂੰ ਉਠਾ ਕੇ ਚੱਕ ਕੇ ਦਵਾਵਾਂ ਨੂੰ ਕਰਾਂ ਤੇ ਮੇਰੀ ਗਿੜਗਿੜਾਹਟ ਨੂੰ ਤੂੰ ਜ਼ਰੂਰ ਸੁਣੀ। ਔਰ ਕਹਿੰਦਾ ਦੁਸ਼ਟਾਂ ਨੂੰ ਔਰ ਅਨਰਥਕਾਰੀਆਂ ਨੂੰ ਮੇਰੇ ਤੋਂ ਦੂਰ ਰੱਖੀ, ਮੈਨੂੰ ਉਹਨਾਂ ਵਿੱਚ ਨਾ ਘਸੀਟੀ। ਜਿਹੜੇ ਕਿ ਆਪਣੇ ਪੜੋਸੀ ਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਤਾਂ ਕਰਦੇ ਨੇ, ਚੰਗੀਆਂ ਗੱਲਾਂ ਤਾਂ ਕਰਦੇ ਨੇ, ਲੇਕਿਨ ਉਹਨਾਂ ਦੇ ਦਿਲਾਂ ਦੇ ਵਿੱਚ, ਹਿਰਦੇ ਦੇ ਵਿੱਚ ਬੁਰਾਈ ਛਿਪੀ ਹੋਈ ਹੈ, ਜੈਲਸੀ ਛਿਪੀ ਹੋਈ ਹੈ, ਪਾਪ ਛਿਪਿਆ ਹੋਇਆ ਹੈ, ਬਹੁਤ ਸਾਰੀਆਂ ਗੱਲਾਂ ਵਿਰੋਧ ਦੀਆਂ ਛਿਪੀਆਂ ਹੋਈਆਂ। ਕਹਿੰਦਾ ਮੈਨੂੰ ਉਹਨਾਂ ਲੋਕਾਂ ਦੇ ਵਿੱਚ ਨਾ ਘਸੀਟੀ ਪ੍ਰਭੂ। ਉਨਕੇ ਕਾਮੋਂ ਕੇ ਔਰ ਉਨਕੀ ਕਰਨੀ ਕੀ ਬੁਰਾਈ ਕੇ ਅਨੁਸਾਰ ਉਨਸੇ ਬਰਤਾਵ ਕਰ। ਜਿੱਦਾਂ ਦੇ ਉਹਨਾਂ ਦੇ ਕੰਮ ਆ ਉਦਾਂ ਦਾ ਉਹਨਾਂ ਨਾਲ ਪ੍ਰਭੂ ਵਰਤਾਵ ਕਰ, ਜਿੱਦਾਂ ਦੀ ਉਹਨਾਂ ਦੀ ਕਰਨੀ ਹੈ।
उनके हाथों के काम के अनुसार उन्हें बदला दे, जिद्दां दे उन्हां दे हाथ दे काम है उनके कामों का पलटा उन्हें दे। वे यहोवा के कामों पर और उसके हाथ के कामों पर ध्यान नहीं करते, इसलिए वे उन्हें पछाड़ेगा और फिर ना उठाएगा। कहंदा ਇਹੋ ਜਿਹੇ ਜਿਹੜੇ ਲੋਕ ਆ, ਜਿਹੜੇ ਢੀਠ ਲੋਕ ਆ, ਜਿੰਨਾ ਮਰਜ਼ੀ ਪਰਮੇਸ਼ਰ ਦਾ ਕੋਪ, ਕ੍ਰੋਧ, ਪਿਆਰ ਕੁਝ ਵੀ ਉਹਨਾਂ ਦੇ ਉੱਪਰ ਜ਼ਾਹਿਰ ਹੋ ਜਾਏ, ਲੇਕਿਨ ਉਹ ਢੀਠ ਦੇ ਢੀਠ ਆ, ਬਦਲਣ ਵਾਲੇ ਨਹੀਂ ਆ। ਉਹ ਆਪਣੇ ਹੱਥਾਂ ਦੇ ਕੰਮ ਤੇ ਵਿਸ਼ਵਾਸ ਰੱਖਣਗੇ, ਪਰਮੇਸ਼ਰ ਦੇ ਚਮਤਕਾਰ ਤੇ ਵਿਸ਼ਵਾਸ ਨਹੀਂ ਕਰਦੇ, ਪਰਮੇਸ਼ਰ ਦੇ ਹੱਥਾਂ ਦੇ ਕੰਮਾਂ ਤੇ ਵਿਸ਼ਵਾਸ ਨਹੀਂ ਕਰਦੇ। ਇਹੋ ਜਿਹੇ ਵੀ ਕਹਿੰਦਾ ਲੋਕ ਪਾਏ ਜਾਂਦੇ ਆ। ਤੁਸੀਂ ਯਕੀਨ ਨਹੀਂ ਕਰੋਗੇ, ਕੁਝ ਲੋਕ ਐਸੇ ਨੇ ਕਿ ਜਿਨ੍ਹਾਂ ਨੂੰ ਅਸੀਂ ਕਦੀ ਸਾਨੂੰ ਫੋਨ ਕਰਦੇ ਜਾਂ ਮਿਲਦੇ, ਅਸੀਂ ਜੈਮਸੀ ਕੀ ਬੁਲਾਉਂਦੇ ਆ, ਤਾਂ ਉਹ ਨਾ 2-4 ਬੰਦੇ ਨਾਲ ਖੜੇ ਹੁੰਦੇ ਤੇ ਸ਼ਰਮ ਦੇ ਮਾਰੇ ਜੈਮਸੀ ਕੀ ਵੀ ਨਹੀਂ ਬੋਲਦੇ। ਕਿਤੇ ਨਾਲ ਦੇ ਬੰਦੇ ਨੂੰ ਪਤਾ ਨਾ ਲੱਗ ਜੇ ਕਿ ਮੈਂ ਵੀ ਚਰਚ ਜਾਣਾ, ਮੈਂ ਵੀ ਪਰਮੇਸ਼ਰ ਦੀ ਸੰਗਤੀ ਕਰਦਾ, ਮੈਂ ਵੀ ਪਰਮੇਸ਼ਰ ਨੂੰ ਪੁਕਾਰਦਾ। ਉਹ ਡਰ ਦੇ ਮਾਰੇ, ਲੋਕਾਂ ਦਾ ਡਰ, ਕਿੱਦਾਂ ਦਾ ਡਰ ਹੈ? ਲੋਕਾਂ ਦਾ ਡਰ ਹੈ। ਲੋਕਾਂ ਦਾ ਡਰ ਹੈ ਕਿ ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜੇ, ਜੇ ਮੈਂ ਜੈਮਸੀ ਕੀ ਬੋਲਦਾ, ਕਿਤੇ ਮੈਂ ਇਹ ਕਹਿ ਨਾ ਦੇਣ ਮੈਨੂੰ ਕਿ ਤੂੰ ਵੀ ਕ੍ਰਿਸਚਨ ਬਣ ਗਿਆ, ਤੂੰ ਵੀ ਚਰਚ ਜਾਣਾ, ਤੂੰ ਇਹਨਾਂ ਨੂੰ ਜੈਮਸੀ ਕੀ ਦਾ ਜਵਾਬ ਦਿੱਤਾ ਹੈ। ਇੰਨਾ ਡਰਦੇ ਹੈ। ਤੁਸੀਂ ਕਿੱਦਾਂ ਪਰਮੇਸ਼ਰ ਦਾ ਸੁਸਮਾਚਾਰ ਪ੍ਰਚਾਰ ਕਰੋਗੇ ਜੇ ਤੁਸੀਂ ਪਰਮੇਸ਼ਰ ਦੀ ਸਤੁਤੀ ਕਰਨ ਤੋਂ ਹੀ ਡਰਦੇ ਹੋ, ਕਿਸੇ ਦੇ ਅੱਗੇ ਆਪਣੇ ਮੂੰਹ ਤੋਂ ਪਰਮੇਸ਼ਰ ਦੀ ਜੈ ਬੋਲਣ ਤੋਂ ਹੀ ਡਰਦੇ ਹੋ। ਉਹ ਇੰਨਾ ਅਦਭੁਤ ਪਰਮੇਸ਼ਵਰ ਹੈ ਜਿਹਨੇ ਇੰਨੀਆਂ ਕੁਰਬਾਨੀਆਂ ਤੁਹਾਡੇ ਲਈ ਦਿੱਤੀਆਂ, ਜਿਹਨੇ ਲਹੂ ਬਹਾਤਾ ਤਾਂ ਕਿ ਤੁਸੀਂ ਉद्धार ਪਾ ਜਾਓ, ਜਿਹਨੇ ਤੁਹਾਡੇ ਪਾਪਾਂ ਦੀ ਮਾਫੀ ਦੇ ਲਈ ਉਹ ਸਲੀਬੀ ਮੌਤ ਸਹਿ ਲਈ ਜੋ ਕੋਈ ਵੀ ਨਹੀਂ ਕਰ ਸਕਦਾ। ਅਸੀਂ ਕਿਸੇ ਨੂੰ ਉਸਦਾ ਪ੍ਰਚਾਰ ਦੱਸਣ ਦੇ ਲਈ, ਕਿਸੇ ਨੂੰ ਉਸਦੀ ਗਵਾਹੀ ਦੱਸਣ ਦੇ ਲਈ ਕਿ ਦੇਖੋ ਪਰਮੇਸ਼ਰ ਨੇ ਮੇਰੀ ਜ਼ਿੰਦਗੀ 'ਚ ਆਹ ਕੰਮ ਕੀਤਾ, ਅਸੀਂ ਦੱਸਦੇ ਨਹੀਂ, ਬੋਲਦੇ ਨਹੀਂ। ਜੈਮਸੀ ਕਿਉਂ ਨਹੀਂ? ਮੈਂ ਕਿਸੇ ਦੀ ਗੱਲ ਨਹੀਂ ਕਰਦੀ, ਮੈਂ ਆਪਣੀ ਗੱਲ ਕਰਦੀ। ਲੋਕ ਸਾਡੇ ਕੋਲ ਫੋਨ ਤੇ ਪ੍ਰੇਅਰ ਕਰਵਾਉਂਦੇ ਹੈ, ਬਾਏ ਉੱਦਾਂ ਵੀ ਫੇਸ ਟੂ ਫੇਸ ਵੀ ਪ੍ਰੇ ਕਰਾਉਂਦੇ। ਜਦੋਂ ਪਰਮੇਸ਼ਰ ਉਹਨਾਂ ਦੀ ਪ੍ਰਾਰਥਨਾ ਸੁਣ ਲੈਂਦਾ ਫਿਰ ਸਾਨੂੰ ਭੁੱਲ ਜਾਂਦੇ। ਪਹਿਲਾਂ ਰੋਜ਼ ਫੋਨ ਕਰਨਗੇ, ਰੋਜ਼ ਆਣਗੇ, ਪ੍ਰਾਰਥਨਾ ਕਰਾਣਗੇ। ਜਿੱਦਣ ਹੀ ਪ੍ਰੇਅਰ ਦਾ ਆਨਸਰ ਮਿਲ ਜਾਂਦਾ, ਨੈਕਸਟ ਡੇ ਰੰਗ ਰੂਪ ਹੀ ਬਦਲ ਜਾਂਦਾ ਉਹਨਾਂ ਦਾ, ਗੱਲਾਂ ਹੀ ਬਦਲ ਜਾਂਦੀਆਂ। ਔਰ ਐਦਾਂ ਸਾਡੇ ਨਾਲ ਕਰਦੇ ਕਿ ਅਸੀਂ ਤਾਂ ਤੁਹਾਨੂੰ ਜਾਣਦੇ ਹੀ ਨਹੀਂ। ਔਰ ਮੈਂ ਉਹਨਾਂ ਨੂੰ ਪੁੱਛਦੀ ਹਾਂ, ਔਰ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨ ਕਹਿੰਦੀ ਹਾਂ ਕਿ ਇਹ ਤੁਹਾਡੀ ਜ਼ਿੰਦਗੀ 'ਚ ਹੋ ਗਿਆ, ਤੁਸੀਂ ਇਹ ਮੰਗਦੇ ਸੀ, ਅਸੀਂ ਪ੍ਰਾਰਥਨਾ ਕੀਤੀ ਔਰ ਹੋ ਗਿਆ। ਤੁਸੀਂ ਤੇ ਨਹੀਂ ਆਏ ਸਾਡੇ ਕੋਲ, ਸਾਨੂੰ ਤੇ ਪਤਾ ਲੱਗ ਗਿਆ, ਔਰ ਅਸੀਂ ਤੁਹਾਨੂੰ ਕੰਗ੍ਰੈਚੁਲੇਸ਼ਨ ਕਹਿੰਦੇ। ਫਿਰ ਬਹਾਨੇ ਬਹੁਤ ਆ ਉਹਨਾਂ ਕੋਲੋਂ, ਬਹੁਤ ਬਹਾਨੇ ਆ। ਐਸੇ ਕਰਕੇ ਤੁਹਾਨੂੰ ਦੱਸਿਆ 4-4 ਮਹੀਨੇ ਬਾਅਦ ਅਸੀਂ ਫਿਰ ਉਹਨਾਂ ਨੂੰ ਜਾ ਕੇ ਕੰਗ੍ਰੈਚੁਲੇਸ਼ਨ ਜਦੋਂ ਕਹਿੰਦੇ ਨੇ, ਜਦੋਂ ਸਾਨੂੰ 4-5 ਮਹੀਨੇ ਬਾਅਦ ਪਤਾ ਲੱਗਦਾ ਹੈ ਤਾਂ ਉਦੋਂ ਦੀ ਉਹਨਾਂ ਦੀ ਜ਼ਿੰਦਗੀ 'ਚ ਹੋਇਆ ਪਿਆ, ਗਵਾਹੀ ਬਣੀ ਪਈ, ਰੱਬ ਨੇ ਉਹਨਾਂ ਦੀ ਸੁਣ ਲਈ। ਲੋਕ ਭੁੱਲ ਜਾਂਦੇ ਆ। ਦੇਖੋ, ਅੱਜ ਤੁਸੀਂ ਇੱਕ ਬਰਕਤ ਲੈ ਕੇ ਅਗਰ ਪਰਮੇਸ਼ਰ ਤੇ ਪਰਮੇਸ਼ਰ ਦੇ ਦਾਸਾਂ ਨੂੰ ਭੁੱਲ ਗਏ ਹੋ, ਤਾਂ ਆਉਣ ਵਾਲੀ ਬਰਕਤਾਂ ਦੀ ਵੇਟ ਨਾ ਕਰੋ ਫਿਰ, ਕਿਉਂਕਿ ਪਰਮੇਸ਼ਰ ਤੁਹਾਨੂੰ ਜਾਣ ਚੁੱਕਾ, ਪਹਿਚਾਨ ਚੁੱਕਾ। ਜੇ ਅਸੀਂ ਧਰਤੀ ਤੇ ਰਹਿ ਕੇ ਅਸੀਂ ਦੇਖ ਲਿਆ ਕਿ ਲੋਕ ਆਪਣੀ ਜ਼ਿੰਦਗੀ 'ਚ ਪਰਮੇਸ਼ਰ ਕੋ ਬਰਕਤ ਲੈ ਕੇ ਮੁੜ ਕੇ ਪਰਮੇਸ਼ਰ ਵੱਲ ਦੇਖਦੇ ਨੇ, ਤੇ ਕੀ ਉਹ ਨਹੀਂ ਦੇਖ ਰਿਹਾ? ਉਹ ਤੇ ਸਭ ਨੂੰ ਦੇਖ ਰਿਹਾ ਹੈ। ਉਹ ਜਿਹਨੂੰ ਅਸੀਂ ਨਹੀਂ ਵੀ ਜਾਣਦੇ ਉਹਨਾਂ ਨੂੰ ਵੀ ਦੇਖ ਰਿਹਾ। ਸੋ ਫੀਅਰ ਹੋਣਾ ਪਰਮੇਸ਼ਰ ਦਾ ਤੁਹਾਡੀ ਜ਼ਿੰਦਗੀ 'ਚ ਜ਼ਰੂਰੀ ਹੈ, ਲੋਕਾਂ ਦਾ ਨਹੀਂ। ਲੋਕਾਂ ਤੋਂ ਨਾ ਡਰੋ। ਪਰਮੇਸ਼ਰ ਦੇ ਵਚਨ 'ਚ ਕਹਿੰਦਾ ਲੋਕਾਂ ਤੋਂ ਨਾ ਡਰੋ ਜੋ ਤੁਹਾਡੇ ਸਿਰਫ ਸਰੀਰ ਨੂੰ ਨਾਸ਼ ਕਰ ਸਕਦੇ, ਉਸ ਪਰਮੇਸ਼ਰ ਕੋਲੋਂ ਡਰੋ ਜਿਹਨੇ ਤੁਹਾਡੀ ਰੂਹ ਲੈਣੀ, ਜਿਹਨੇ ਤੁਹਾਡੀ ਆਤਮਾ ਲੈਣੀ ਹੈ। ਇਹ ਸਰੀਰ ਨਾਸ਼ਵਾਨ ਹੈ, ਲੇਕਿਨ ਆਤਮਾ ਜਿਹੜੀ ਹੈ ਪਰਮੇਸ਼ਰ ਦੇ ਕੋਲ ਜਾਣੀ ਹੈ। ਜਿਹਨੇ ਜਦੋਂ ਨਿਆਂ ਕਰਨਾ ਉਹਨੇ, ਉਦੋਂ ਡਰੋ ਕਿ ਪਰਮੇਸ਼ਰ ਜਦੋਂ ਮੇਰਾ ਨਿਆਂ ਕਰੇਗਾ ਮੇਰਾ ਕੀ ਬਣੇਗਾ। ਕਿ ਮੈਂ, ਤੁਹਾਨੂੰ ਕੀ ਪਤਾ ਕਿੰਨੇ ਸਾਲ ਤੁਸੀਂ ਇਸ ਜ਼ਿੰਦਗੀ ਕੱਟਣੀ ਹੈ। ਉਨੇ ਸਾਲ, ਜੇ 30 ਸਾਲ, ਮੈਂ ਬਹੁਤ ਵਾਰੀ ਵੀਡੀਓਜ਼ 'ਚ ਕਿਹਾ, ਜੇ 30 ਸਾਲ, 40 ਸਾਲ, 50 ਸਾਲ, 60 ਸਾਲ ਤੁਸੀਂ ਪਰਮੇਸ਼ਰ ਨੂੰ ਨਹੀਂ ਜਾਣਿਆ, ਜੇ ਅੱਜ ਤੁਸੀਂ ਜਾਣ ਚੁੱਕੇ ਹੋ, ਉਹਦੀ ਚੰਗਾਈ ਨੂੰ ਲੈ ਚੁੱਕੇ ਹੋ, ਉਹਦੇ ਮਿਰਕਲਸ ਨੂੰ ਆਪਣੀ ਜ਼ਿੰਦਗੀ 'ਚ ਦੇਖ ਚੁੱਕੇ ਹੋ, ਤਾਂ ਬਾਕੀ ਦਾ ਸਮਾਂ ਵੇਸਟ ਨਾ ਕਰੋ। ਬਾਕੀ ਦਾ ਸਮਾਂ ਲੋਕਾਂ ਦੀ ਟੈਨਸ਼ਨਾਂ ਲੈ ਕੇ ਨਾ ਗੁਜ਼ਾਰੋ। ਉਹ ਜਿੰਨਾ ਸਮਾਂ ਰਹਿ ਗਿਆ ਤੁਹਾਡੀ ਜ਼ਿੰਦਗੀ ਦਾ, ਓਨਾ ਸਮਾਂ ਪਰਮੇਸ਼ਵਰ 'ਚ ਗੁਜ਼ਾਰ ਲਓ, ਤਾਂ ਕਿ ਅੰਤ ਦੇ ਦਿਨ ਜਦੋਂ ਤੁਹਾਡਾ ਨਿਆਂ ਆਏ ਤਾਂ ਪਰਮੇਸ਼ਵਰ, ਜਦੋਂ ਤੁਸੀਂ ਪਾਪਾਂ ਦੀ ਮਾਫੀ ਮੰਗ ਲਈ ਹੋਏਗੀ, ਤਾਂ ਪਰਮੇਸ਼ਵਰ ਤੁਹਾਡੇ ਤੇ ਦਇਆ ਕਰੇਗਾ। ਇਸ ਲਈ ਪਰਮੇਸ਼ਵਰ ਤੋਂ ਡਰੋ ਜਦੋਂ ਉਸਨੇ ਨਿਆਂ ਕਰਨਾ ਹੈ। ਪਰਮੇਸ਼ਰ ਨਾਲ ਸੈਲਫਿਸ਼ ਨਾ ਬਣੋ।
ਅੱਜ ਇਨਸਾਨ ਸੈਲਫਿਸ਼ ਲੋਕਾਂ ਨਾਲ ਹੋ ਸਕਦਾ ਹੈ, ਘਰ ਦੇ ਹੋ ਸਕਦੇ ਹੈ, ਬਾਹਰ ਦੇ ਹੋ ਸਕਦੇ ਹੈ, ਰਿਸ਼ਤੇਦਾਰ ਤੁਹਾਡੇ ਸੈਲਫਿਸ਼ ਹੋ ਸਕਦੇ ਹੈ, ਕੁਝ ਵੀ ਕਿਸੇ ਦਾ ਸੁਭਾਅ ਕਿਸ ਤਰ੍ਹਾਂ ਵੀ ਹੋ ਸਕਦਾ ਹੈ, ਲੇਕਿਨ ਪਰਮੇਸ਼ਰ ਨਾਲ ਤਾਂ ਐਸਾ ਨਾ ਕਰੋ, ਕਿਉਂਕਿ ਉਹ ਜੀਵਤ ਪਰਮੇਸ਼ਵਰ ਹੈ। ਉਹ ਨਾ ਚਾਹੇ ਤਾਂ ਤੁਹਾਨੂੰ ਖੜਾ ਨਹੀਂ ਕਰ ਸਕਦਾ, ਨਾ ਜ਼ਿੰਦਗੀ ਦੇ ਸਕਦਾ ਹੈ, ਨਾ ਤੁਸੀਂ ਸਵੇਰ ਦੇ ਸਕਦੇ ਹੋ, ਨਾ ਤੁਸੀਂ ਅਗਲਾ ਮੂਵਮੈਂਟ ਦੇਖ ਸਕਦੇ ਹੋ, ਪਲ ਦੇਖ ਸਕਦੇ ਹੋ। ਉਹ ਤਾਂ ਐਸਾ ਪਰਮੇਸ਼ਵਰ ਹੈ ਜਿਹੜਾ ਮੌਤ ਦੇ ਮੂੰਹ ਚੋਂ ਖਿੱਚ ਕੇ ਜ਼ਿੰਦਗੀ ਦੇਣ ਵਾਲਾ ਪਰਮੇਸ਼ਵਰ ਹੈ। ਸੋ ਉਸ ਨਾਲ ਠੱਗੀ ਨਾ ਕਰੋ। ਜੇ ਤੁਸੀਂ ਅੱਜ ਪਰਮੇਸ਼ਵਰ ਦੇ ਦਾਸਾਂ ਕੋ ਪ੍ਰਾਰਥਨਾ ਕਰਵਾ ਕੇ, ਚੰਗਾਈ ਹਾਸਲ ਕਰਕੇ, ਕੋਈ ਵੀ ਕਿਸੇ ਪ੍ਰਕਾਰ ਦਾ ਮਿਰਕਲ ਲੈ ਕੇ ਪਰਮੇਸ਼ਵਰ ਕੋਲੋਂ ਗਵਾਹੀ ਤੁਹਾਡੀ ਬਣਦੀ ਹੈ, ਤਾਂ ਜੇ ਤੁਸੀਂ ਨਹੀਂ ਦੱਸ ਸਕਦੇ ਨਾ ਪਰਮੇਸ਼ਵਰ ਦੇ ਲੋਕਾਂ ਨੂੰ ਗਵਾਹੀ, ਤਾਂ ਕਮ ਸੇ ਕਮ ਉਹਨਾਂ ਨੂੰ ਤਾਂ ਦੱਸੋ ਜਿਨ੍ਹਾਂ ਤੋਂ ਪ੍ਰਾਰਥਨਾਵਾਂ ਕਰਾਈਆਂ, ਤਾਂ ਕਿ ਉਹ ਪਰਮੇਸ਼ਰ ਦਾ ਧੰਨਵਾਦ ਕਰ ਲੈਣ। ਪ੍ਰਭੂ ਤੇਰਾ ਧੰਨਵਾਦ, ਤੂੰ ਇਸ ਬੰਦੇ ਨੂੰ ਚੰਗਾ ਕੀਤਾ, ਇਸ ਬੰਦੇ ਨੂੰ ਬਲੈਸਿੰਗ ਦਿੱਤੀ, ਇਸ ਬੰਦੇ ਦੀ ਮੈਰਿਜ ਦਾ ਬੰਧਨ ਸੀ ਟੁੱਟ ਗਿਆ, ਇਸ ਬੰਦੇ ਨੂੰ ਬੇਬੀ ਦਾ ਬੰਧਨ ਸੀ ਟੁੱਟ ਗਿਆ, ਇਸ ਬੰਦੇ ਦੀ ਫਾਈਨੈਂਸ਼ੀਅਲ ਪ੍ਰੋਬਲਮ ਸੀ ਹੱਲ ਹੋ ਗਈ, ਇਸ ਬੰਦੇ ਦੀ ਰੋਗ ਸੀਗਾ ਬਹੁਤ ਵੱਡਾ ਉਹ ਦੂਰ ਹੋ ਗਿਆ, ਔਰ ਤੂੰ ਇਹਦੀ ਰਿਪੋਰਟਸ ਨੂੰ ਨੋਰਮਲ ਕੀਤਾ, ਤਾਂ ਕਿ ਉਹ ਤਾਂ ਧੰਨਵਾਦ ਕਰੇ ਨਾ ਪਰਮੇਸ਼ਰ ਦਾ। ਕਿਉਂਕਿ ਪਰਮੇਸ਼ਰ ਦੇ ਦਾਸ ਤਾਂ ਸੈਲਫਿਸ਼ ਨਹੀਂ ਹੈ, ਉਹਨਾਂ ਨੂੰ ਪਤਾ ਸਾਨੂੰ ਪਰਮੇਸ਼ਰ ਨੇ ਚੁਣਿਆ ਔਰ ਅਸੀਂ ਉਸਦਾ ਕੰਮ ਕਰਨਾ। ਅਸੀਂ ਤਾਂ ਹਰ ਵਕਤ ਦੁਆਵਾਂ ਪ੍ਰਾਰਥਨਾਵਾਂ ਕਰਨੀਆਂ ਲੋਕਾਂ ਦੇ ਲਈ, ਆਪਣੇ ਲਈ, ਜਿੰਨੇ ਵੀ ਲੋਕ ਰਹਿੰਦੇ, ਜੋ ਕੁਝ ਵੀ ਧਰਤੀ ਤੇ ਹੋ ਰਿਹਾ, ਅਸੀਂ ਤੇ ਕਰਨੀ ਹੈ ਪ੍ਰਾਰਥਨਾ। ਕਿਉਂ? ਪਰਮੇਸ਼ਰ ਦੇ ਦਾਸਾਂ ਦਾ ਕੰਮ ਹੈ ਔਰ ਸਾਨੂੰ ਉਹਨੇ ਚੁਣਿਆ ਹੀ ਇਸ ਲਈ ਹੈ। ਤੇ ਦਾਊਦ ਅੱਗੇ ਕੀ ਕਹਿੰਦਾ ਯਹੋਵਾ ਧन्य है क्योंकि उसने मेरी गिड़गिड़ाहट को सुना है। देखो ਹਜੇ ਮੈਂ ਇਹ ਪੜ੍ਹਿਆ ਨਹੀਂ ਹੈ ਕਿ ਮੈਂ ਅੱਗੇ ਇਹ ਬੋਲੂੰਗੀ, ਲੇਕਿਨ ਮੈਂ ਤੁਹਾਨੂੰ ਪਹਿਲੇ ਹੀ ਸਮਝਾ ਰਹੀ ਹਾਂ ਕਿ ਪਰਮੇਸ਼ਰ ਨੂੰ ਥੈਂਕਸ ਕਰੋ। ਜ਼ਰੂਰੀ ਨਹੀਂ ਕਿ ਤੁਹਾਨੂੰ ਬਲੈਸਿੰਗ ਮਿਲ ਗਈ, ਚੰਗਾਈ ਮਿਲ ਗਈ ਤਾਂ ਹੀ ਤੁਸੀਂ ਆ ਕੇ ਗਵਾਹੀ ਦੇਣੀ, ਥੈਂਕਸ ਕਰਨਾ ਪਰਮੇਸ਼ਰ ਦਾ। ਉੱਦਾਂ ਵੀ ਉਹਦਾ ਧੰਨਵਾਦ ਕਰੋ ਕਿ ਉਹਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ, ਸਾਹ ਦਿੱਤੇ ਹੈ। ਉਹ ਤੁਸੀਂ ਉਹਨਾਂ ਲੋਕਾਂ ਨਾਲੋਂ ਬਹੁਤ ਚੰਗੇ ਹੋ ਜਿਹੜੇ ਸੜਕ ਤੇ ਮੈਂਟਲੀ ਫਿਰ ਰਹੇ ਆ। ਤੁਸੀਂ ਤਾਂ ਆਪਣੇ ਘਰਾਂ ਦੇ ਵਿੱਚ ਹੋ, ਮੋਬਾਈਲ ਚਲਾ ਰਹੇ ਹੋ, ਨੈਟ ਚਲਾ ਰਹੇ ਹੋ, ਸੋਸ਼ਲ ਮੀਡੀਆ 'ਚ ਜੋ ਕੁਝ ਵੀ ਹੁੰਦਾ ਤੁਸੀਂ ਸਭ ਕੁਝ ਦੇਖ ਰਹੇ ਹੋ, ਵੱਧ ਤੋਂ ਵੱਧ ਸਮਾਂ ਮੋਬਾਈਲ 'ਚ ਸਪੈਂਡ ਕਰ ਰਹੇ ਹੋ। ਤੁਸੀਂ ਕਿੱਦਾਂ ਦੇ ਲੋਕ ਹੋ, ਉਹਨਾਂ ਵੱਲ ਵੀ ਧਿਆਨ ਦਿਓ। ਪਰਮੇਸ਼ਰ ਨੇ ਤੁਹਾਨੂੰ ਉਹਨਾਂ ਨਾਲੋਂ ਥੋੜਾ ਵਧੀਆ ਹੀ ਰੱਖਿਆ, ਉਹਦਾ ਹੀ ਧੰਨਵਾਦ ਕਰ ਲਓ ਕਿ ਪਰਮੇਸ਼ਰ ਅੱਜ ਮੈਨੂੰ ਖਾਣਾ, ਛੱਤ, ਕੱਪੜੇ, ਦਿਨ, ਔਰ ਮੈਨੂੰ ਬਹੁਤ ਤੁਹਾਡੀ ਜ਼ਿੰਦਗੀ 'ਚ ਬਹੁਤ ਕੁਝ ਹੁੰਦਾ ਹੈਗਾ, ਉਹਦੇ ਲਈ ਥੈਂਕਸ ਕਰੋ। ਇੱਥੇ ਦਾਊਦ ਕਹਿੰਦਾ ਯਹੋਵਾ ਧन्य है क्योंकि उसने मेरी गिड़गिड़ाहट को सुना है। यहोवा मेरा बल और मेरी ढाल है, उस पर भरोसा रखने से मेरे मन को सहायता मिली है। इसीलिए मेरा हृदय प्रफुल्लित है और मैं गीत गाकर उसका धन्यवाद करूंगा। यहोवा अपनी प्रजा का बल है, वह अपने अभिषिक्त के लिए उद्धार का दृढ़ गढ़ है। हे यहोवा अपनी प्रजा का उद्धार कर और अपने निज बाग को लोगों को आशीष दे और उनकी चरवाही कर और सदैव उन्हें संभाले रह। ਇੱਥੇ ਦਾਊਦ ਕੀ ਕਹਿੰਦਾ, ਥੱਲੇ ਆ ਕੇ ਕਹਿੰਦਾ ਆਪਣੇ ਲੋਕਾਂ ਦੀ ਪ੍ਰਭੂ ਜੀ ਰਾਖੀ ਕਰ, ਉਹਨਾਂ ਨੂੰ ਸੰਭਾਲ ਕੇ ਰੱਖ। ਮੇਰਾ ਹਿਰਦੇ ਇੰਨਾ ਪ੍ਰਫੁੱਲਿਤ ਹੋ ਗਿਆ ਔਰ ਮੇਰੇ ਤੇਰੇ ਤੇ ਜਦੋਂ ਮੈਂ ਭਰੋਸਾ ਰੱਖਦਾ ਵਾਂ ਮੈਨੂੰ ਸਹਾਇਤਾ ਮਿਲਦੀ ਹੈ। ਅੱਜ ਇਨਸਾਨ ਦਾ ਭਰੋਸਾ ਇਨਸਾਨ ਤੇ ਹੈ, ਉਸ ਪਰਮੇਸ਼ਵਰ ਤੇ ਨਹੀਂ ਹੈ। ਔਰ ਇੱਥੇ ਦਾਊਦ ਕਹਿੰਦਾ ਜਦੋਂ ਮੈਂ ਤੇਰੇ ਤੇ ਭਰੋਸਾ ਰੱਖਦਾ ਨਾ ਪ੍ਰਭੂ, ਤਾਂ ਮੈਨੂੰ ਮੇਰਾ ਹਿਰਦੇ ਪ੍ਰਫੁੱਲਿਤ ਹੋ ਜਾਂਦਾ, ਖੁਸ਼ ਹੋ ਜਾਂਦਾ, ਮੇਰਾ ਗੀਤ ਗਾਉਣ ਨੂੰ ਦਿਲ ਕਰਦਾ। ਕਿਉਂ? ਉਹਨੂੰ ਪਤਾ ਹੈ ਮੇਰੀ ਸਹਾਇਤਾ ਸਿਰਫ ਇੱਕੋ ਇੱਕ ਖੁਦਾਵੰਦ ਦੇ ਕੋਲੋਂ ਹੀ ਆਏਗੀ, ਮੇਰੀ ਹੋਰ ਕੋਈ ਸਹਾਇਤਾ ਨਹੀਂ ਕਰ ਸਕਦਾ। ਪਰਮੇਸ਼ਵਰ ਹੀ ਹੈ ਜੋ ਸਾਡੀ ਸਹਾਇਤਾ ਕਰ ਸਕਦਾ ਹੈ, ਔਰ ਉਹ ਦੇ ਕੇ ਸੁਣਾਉਂਦਾ ਨਹੀਂ ਹੈ। ਉਹ ਕਹਿੰਦਾ ਇਨਸਾਨ ਨੂੰ, ਕਹਿੰਦਾ ਮੰਗ ਮੈਂ ਤੈਨੂੰ ਦਿਆਂਗਾ, ਮੰਗੋਗੇ ਤਾਂ तुम्हें दिया जाएगा। ਆਸਕ, ਫਿਰ ਮੰਗੋ ਤਾਂ ਸਹੀ ਉਹਦੇ ਕੋਲੋਂ, ਆਓ ਤੇ ਸਹੀ ਉਹਦੇ ਕੋਲੋਂ ਆਓ, ਉਹਨੂੰ ਚੱਖੋ, ਉਹਨੂੰ ਵੇਖੋ, ਉਹਨੂੰ ਪਰਖੋ, ਦੇਖੋ। ਬਾਣੀ ਕਹਿੰਦੀ ਉਹ ਕਿੰਨਾ ਭਲਾ परमेश्वर है जो अपने लोगों ते दया करता है। हे यहोवा अपनी प्रजा का उद्धार कर, अपने निज बाग के लोगों को आशीष दे और उनकी चरवाही कर और सदा उन्हें संभाले रह। परमेश्वर ਨੂੰ ਕਹਿ ਰਿਹਾ ਲੋਕਾਂ ਨੂੰ, ਪ੍ਰਭੂ ਆਪਣੇ ਲੋਕਾਂ ਦੀ ਚਰਵਾਹੀ ਕਰ। ਕਿਉਂ? ਉਹ ਸਾਡਾ ਚਰਵਾਹਾ ਹੈ ਔਰ ਸਾਨੂੰ ਕਦੀ ਕਮੀ ਘਟੀ नहीं होगी, क्योंकि 23 जबूर च लिखा है यहोवा मेरा चरवाहा है, मुझे कुछ घटी ना होगी। अकाल पड़ सकते हैं लेकिन हमें किसी की कमी नहीं होगी, किसी चीज की घटी नहीं होगी, क्योंकि हमारा परमेश्वर यहोवा यिरे है, जिसका मीन है कि वो प्रोवाइडर है, हमें हर एक चीज प्रोवाइड करता है।
ਉਹਨੇ 40 ਸਾਲ ਇਜ਼ਰਾਈਲੀਆਂ ਨੂੰ ਸਵਰਗੇ ਮੰਨਾ ਖਿਲਾਤਾ। ਕੀ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਸਵਰਗ ਤੋਂ ਇੰਨੇ ਸਾਲ ਰੋਟੀ ਡਿੱਗੀ ਔਰ ਲੋਕਾਂ ਨੇ ਉਸ ਸਵਰਗ ਤੋਂ ਰੋਟੀ ਖਾਧੀ? ਉਹ ਸਵਰਗ ਤੋਂ ਰੋਟੀ ਦੇਣ ਵਾਲਾ ਪਰਮੇਸ਼ਵਰ ਹੈ। ਬਹੁਤ ਅਦਭੁਤ ਕਾਰਜ ਕਰਨ ਵਾਲਾ ਹੈ ਜੋ ਅਸੀਂ ਇਮੇਜਿਨ ਨਹੀਂ ਕਰ ਸਕਦੇ, ਉਹ ਕਰਨ ਦੀ ਤਾਕਤ ਰੱਖਦਾ ਹੈ। ਸੋ ਟਰਸਟ ਔਨ ਹਿਮ, ਉੱਤੇ ਵਿਸ਼ਵਾਸ ਕਰੋ, ਸਹਾਇਤਾ ਲਈ ਉਸਦੇ ਕੋਲ ਪ੍ਰਾਰਥਨਾ ਕਰੋ। ਆਓ ਉਸ ਨੂੰ ਚੱਖ ਕੇ ਤੇ ਪਰਖ ਕੇ ਵੇਖੋ। ਅਗਰ ਕਿਸੇ ਦੀ ਪ੍ਰੇਅਰ ਰਿਕੁਐਸਟ ਹੈ ਤਾਂ ਜ਼ਰੂਰ ਸੈਂਡ ਕਰੇ। ਇਹਨਾਂ ਦਿਨਾਂ ਦੇ ਵਿੱਚ ਮੈਂ ਸਪੈਸ਼ਲੀ ਪ੍ਰੇਅਰ ਰਿਕੁਐਸਟ ਜੋ ਤੁਸੀਂ ਭੇਜੋਗੇ ਉਹਨਾਂ ਦਾ ਨਾਮ ਔਰ ਪ੍ਰੇਅਰ ਲਿਖੂੰਗੀ ਔਰ ਦੁਆ ਕਰੂੰਗੀ ਉਹਨਾਂ ਤੇ ਹੱਥ ਰੱਖ ਕੇ। ਔਰ ਤੁਸੀਂ ਵਿਸ਼ਵਾਸ ਕਰਨਾ ਹੈ ਕਿ ਪਰਮੇਸ਼ਵਰ ਪ੍ਰਾਰਥਨਾਵਾਂ ਨੂੰ ਸੁਣ ਕੇ ਉੱਤਰ ਜ਼ਰੂਰ ਦੇਗਾ ਔਰ ਤੁਹਾਡੀ ਟੈਸਟਮਨੀ ਜ਼ਰੂਰ ਬਣੇਗੀ, ਕਿਉਂਕਿ ਉਹ ਦੇਣ ਵਾਲਾ ਪਰਮੇਸ਼ਵਰ ਹੈ। ਉਹ ਤੁਹਾਡੇ ਮਨ ਨੂੰ ਜਾਂਚਦਾ ਹੈ। ਵਿਸ਼ਵਾਸ ਕਰਨ ਵਾਲਿਆਂ ਲਈ ਉਹ ਸਭ ਕੁਝ ਕਰ ਸਕਦਾ ਹੈ। ਆਈਏ ਅਸੀਂ ਲਾਸਟ ਪ੍ਰਾਰਥਨਾ ਕਰਾਂਗੇ। ਮਹਾਨ ਪਿਤਾ, ਇੱਕ ਵਾਰੀ ਫਿਰ ਪਿਤਾ ਜੀ ਤੇਰਾ ਮੈਂ ਧੰਨਵਾਦ ਕਰਦੀ ਪਿਤਾ। सचमुच तू आदर दे योग्य है, महिमा दे योग्य है। तेरे जैसा कोई नहीं है प्रभु जी। तेरे जैसे कार्य करने वाला भी कोई नहीं है जैसे तू कार्य करता है प्रभु। जो तूने इस दुनिया में करके दिखाया, तीसरे दिन मर के जिंदा हो गया, वो भी कोई नहीं कर सकता पिता। खुदावन तूने हमारी खातिर सलीब पर जान दी, कोड़े खाए पिता, क्रूस पर तू उठाया गया, बेइज्जती को सहा, दाढ़ी पुटवाई, कांटों का ताज रखवाया अपने सिर पे हमारे लिए पिता। तेरा तो कोई दोष भी नहीं था, तूने तो कोई पाप भी नहीं किया था। तेरा वचन कहता तू पवित्र और धर्मी था। तू धर्मी परमेश्वर है और तेरा स्वभाव ही पवित्र था और तुझ में कोई दोष न पाया गया पिता। इस कुर्बानी के लिए तेरा धन्यवाद करते। इन लोगों को आशीषित कर पिता, इन लोगों के मन को चेंज कर पिता, होने दे पिताजी। इनके मनों को तैयार कर तेरे वचन को रिसीव करने पाए और 100 गुना फल लेकर आने पाए और ये वचन इनकी जिंदगियों में कार्य करे। शैतान कोई भी इनका प्रभु जी काम नष्ट ना करने पाए और ये वचन इनकी जिंदगी में खराब ना करने पाए पिता। ये जो बीज आज बोया गया है ये फल लेकर आने पाए पिता। होने दे खुदावंद, इनके परिवारों में दया कर। हर प्रकार की शैतान की जो भी गंदी आदतें हैं यीशु के नाम से इनकी जिंदगियों में चेंज करो। इनका जीवन टोटली चेंज कर दे, नया कर दे पिता, नई सृष्टि बना दे इनको पिताजी तेरे वचन के अनुसार पिता। पवित्र आत्मा आइए इनको टच करे, बल दे, हिम्मत दे, शक्ति दे, ताकत दे। जो लोग फास्टिंग में हैं उनकी फास्ट में उनकी मदद सहायता करना प्रभु। किसी प्रकार की कोई भी शैतान की रुकावट उनको उनके पास ना आने पाए, उनके जीवन में ना आने पाए पिता। उनको तू टच कर पिताजी। जो लोग फास्ट करें अपनी आत्मा में बढ़ा, अगले लेवल पर लेकर जा और खुदावंद बड़ी गवाहियों के साथ उनको ब्लेस कर पिताजी। तेरा धन्यवाद करते हैं इन लोगों को जो देख रहे हैं। अगर किसी प्रकार की कोई भी बीमारी से कोई परेशान है तो यीशु के नाम से आज मैं डांटती हूँ उस बीमारी को, इनके शरीरों को छोड़े और निकले यीशु के नाम से अभी राइट नाउ निकले और ये गवाही बनाए, गवाही के साथ वापस आए और कहें कि खुदावंद ने हमें चंगा किया है। वो ही है जो चंगा कर सकता है। उसने हमारे पापों को माफ किया है, उसने कोड़े खाए हैं ताकि हम शिफा पा जाए। तो हमने शिफा पाई है, यीशु के नाम से हमने शिफा पाई है पिता परमेश्वर। तेरा धन्यवाद करते हैं। इनको छू पिताजी, खुदावंद इनको अपनी आत्मा से भर। तेरा धन्यवाद करते हैं। प्रार्थना को सुनो, कबूल करो यीशु के नाम से। आमीन आमीन आमीन। थैंक यू जीसस।